ਸੋ ਅੱਜ 2 ਮਈ ਦੇ ਦਿਨ ਨੂੰ ਪੰਜਾਬ ਸਰਕਾਰ ਹੋਮ ਡਿਪਾਰਟਮੈਂਟ ਦੀ ਐਡੀਸ਼ਨਲ ਜਿਹੜੀ ਰੈਸਟ੍ਰਿਕਸ਼ਨਸ ਆਈਆਂ ਨੇ, ਜਿਹਦੇ ਕਰਕੇ ਜਿਹੜਾ ਹੈ 2 ਮਈ ਤੋਂ ਲੈ ਕੇ 15 ਮਈ ਤੱਕ ਪਾਰਸ਼ਲ ਲੋਕਡਾਊਨ ਲੱਗ ਰਿਹਾ ਹੈ। ਇਹਨਾਂ ਹਦਾਇਤਾਂ ਦੇ ਵਿੱਚ ਜਿਹੜੀ ਪਹਿਲਾ 27 ਅਪ੍ਰੈਲ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀਗੀਆਂ, ਜਿਹਦੇ ਵਿੱਚ ਕੁਝ ਰੈਸਟ੍ਰਿਕਸ਼ਨਸ ਲਗਾਈਆਂ ਗਈਆਂ ਸੀਗੀਆਂ, ਉਹਨਾਂ ਤੋਂ ਵੀ ਹੁਣ ਐਡੀਸ਼ਨਲ ਰੈਸਟ੍ਰਿਕਸ਼ਨਸ ਲਗਾ ਦਿੱਤੀਆਂ ਨੇ। ਇਹਨਾਂ ਦੇ ਵਿੱਚੋਂ ਜਿਹੜੀ ਮੇਜਰ ਪਬਲਿਕ ਦੇ ਲਈ ਅਹਿਮ ਹਦਾਇਤਾਂ ਨੇ ਉਹ ਮੈਂ ਗੋ ਥਰੂ ਕਰਾਂਗਾ। ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਵੀ ਦੁਕਾਨਾਂ ਹੁਣ ਹੈਗੀਆਂ ਕੱਲ੍ਹ ਤੋਂ, ਜਿਹੜੀ ਵੀ ਨੌਨ ਐਸੈਂਸ਼ੀਅਲ ਦੁਕਾਨਾਂ ਨੇ ਉਹ ਸਾਰੀਆਂ ਬੰਦ ਰਹਿਣਗੀਆਂ ਕੱਲ੍ਹ ਤੋਂ। ਜਿਹੜੀ ਦੁਕਾਨਾਂ ਖੁੱਲ੍ਹੀ ਰਹਿ ਸਕਦੀਆਂ ਉਹ ਜਿੱਦਾਂ ਬਿਲਕੁਲ ਹੀ ਜ਼ਰੂਰਤ ਦੀ ਜਿਹੜੀ ਦੁਕਾਨਾਂ ਨੇ, ਜਿਵੇਂ ਕਿ ਦੁੱਧ, ਦਹੀਂ ਜਾਂ ਇਸ ਟਾਈਪ ਦੇ ਸਬਜ਼ੀ, ਫਲ, ਪੋਲਟਰੀ ਦੇ ਆਈਟਮ, ਐਗਸ ਦਾ ਜਿਹੜੇ ਹੈਗੇ, ਮੀਟ ਅਤੇ ਮੋਬਾਈਲ ਰਿਪੇਅਰ, ਇਸ ਟਾਈਪ ਦੀ ਜਿਹੜੀ ਦੁਕਾਨਾਂ ਜਿਹੜੀ ਐਸੈਂਸ਼ੀਅਲ ਕੈਟੇਗਰੀ ਦੇ ਵਿੱਚ ਆਉਂਦੀਆਂ ਨੇ ਉਹ ਖੁੱਲ੍ਹੀਆਂ ਰਹਿ ਸਕਦੀਆਂ ਨੇ। ਇਸ ਤੋਂ ਇਲਾਵਾ ਜਿਹੜੀ ਹੈਗੀ ਨੌਨ ਐਸੈਂਸ਼ੀਅਲ ਕੈਟੇਗਰੀਜ਼ ਦੀ ਜਿਹੜੀ ਦੁਕਾਨਾਂ ਨੇ ਉਹ 15 ਮਈ ਤੱਕ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜਿਹੜੇ ਲੈਬੋਰੇਟਰੀ, ਨਰਸਿੰਗ ਹੋਮ ਜਾਂ ਮੈਡੀਕਲ ਐਸਟੈਬਲਿਸ਼ ਨੇ ਉਹ ਖੁੱਲ੍ਹੇ ਰਹਿ ਸਕਦੇ ਨੇ ਐਸੈਂਸ਼ੀਅਲ ਦੇ ਵਿੱਚ। ਅਤੇ ਹੁਣ ਜਿਹੜਾ ਪੰਜਾਬ ਸਟੇਟ ਦੇ ਵਿੱਚ ਕੋਈ ਵੀ ਬਾਹਰ ਤੋਂ ਜਿਹੜਾ ਆਉਣਾ ਹੈ ਉਹ ਐਂਟਰ ਜੇਕਰ ਕਰਦਾ ਹੈ ਅਤੇ ਉਹਨਾਂ ਦੇ ਕੋਲ ਕੋਵਿਡ ਦੀ ਨੈਗੇਟਿਵ ਰਿਪੋਰਟ 72 ਘੰਟੇ ਪੁਰਾਣੀ ਤੱਕ ਉਹ ਜ਼ਰੂਰੀ ਹੈ। ਸੋ RT-PCR ਜਾਂ ਹੋਰ ਜਿਹੜੇ ਕੋਵਿਡ ਦੇ ਸਟੈਂਡਰਡ ਟੈਸਟ ਨੇ, ਕੋਵਿਡ ਨੈਗੇਟਿਵ ਰਿਪੋਰਟ 72 ਘੰਟੇ ਪੁਰਾਣੀ ਜ਼ਰੂਰੀ ਹੋਏਗੀ, ਜਾਂ ਫਿਰ ਉਹਨਾਂ ਦਾ ਵੈਕਸੀਨੇਸ਼ਨ ਦਾ ਸਰਟੀਫਿਕੇਟ, ਜੇਕਰ ਐਟਲੀਸਟ 1 ਡੋਜ਼ ਲੱਗੀ ਹੋਵੇ ਉਹ ਵੀ 2 ਹਫ਼ਤੇ ਤੋਂ ਪਹਿਲਾਂ। ਸੋ ਜੇਕਰ ਤੁਹਾਡੇ 14 ਦਿਨਾਂ ਤੋਂ ਪਹਿਲਾਂ 1 ਡੋਜ਼ ਵੈਕਸੀਨੇਸ਼ਨ ਲੱਗੀ ਹੈ ਤਾਂ ਤੁਹਾਨੂੰ ਜਿਹੜਾ ਹੈਗਾ ਕੋਵਿਡ ਨੈਗੇਟਿਵ ਰਿਪੋਰਟ ਦੀ ਲੋੜ ਨਹੀਂ ਪੈਣੀ, ਠੀਕ ਹੈ। ਸੋ ਦੋਨਾਂ 'ਚੋਂ ਇੱਕ ਚੀਜ਼ ਦੀ ਲੋੜ ਇਹਦੇ ਵਿੱਚ ਜ਼ਰੂਰੀ ਹੈ। ਜਿੰਨੇ ਗੌਰਮੈਂਟ ਆਫਿਸਿਸ ਨੇ ਉਹ 50% ਸਟਰੈਂਥ 'ਤੇ ਹੀ ਹੁਣ ਕੰਮ ਕਰਨਗੇ। ਇਸ ਤੋਂ ਇਲਾਵਾ ਜਿਹੜੇ ਹੋਮ ਡਿਪਾਰਟਮੈਂਟ ਦੀ ਹਦਾਇਤਾਂ ਨੇ ਉਹਦੇ ਵਿੱਚ ਲਿਖਿਆ ਵੀ ਜਿਹੜੇ 4 ਵੀਲਰ ਵਹੀਕਲ ਨੇ, ਜਿੱਦਾਂ ਕਿ ਕਾਰ, ਟੈਕਸੀ, ਅਤੇ ਉਹਦੇ ਵਿੱਚ 2 ਹੀ ਪੈਸੇਂਜਰ ਅਲਾਉਡ ਹੋਣਗੇ। ਜੇਕਰ ਕੋਈ ਮੋਟਰਸਾਈਕਲ ਹੈ ਅਤੇ ਉਹਦੇ ਵਿੱਚ ਵੀ ਮੋਟਰਸਾਈਕਲ, ਸਕੂਟਰ, 2 ਵੀਲਰ 'ਤੇ ਇੱਕੋ ਹੀ ਬੰਦਾ ਬੈਠੇਗਾ। ਇੱਕ ਤੋਂ ਜ਼ਿਆਦਾ ਬਹਿ ਸਕਦਾ ਹੈ ਜੇਕਰ ਉਹ ਇੱਕੋ ਹੀ ਪਰਿਵਾਰ ਦੇ ਜੀਅ ਨੇ, ਫਿਰ ਇੱਕ ਤੋਂ ਵੱਧ ਬਹਿ ਸਕਦੇ ਨੇ। ਹੁਣ ਜਿਹੜੀ ਹੋਰ ਰੈਸਟ੍ਰਿਕਸ਼ਨਸ ਵਧਾ ਕੇ ਕੋਈ ਵੀ ਗੈਦਰਿੰਗ 10 ਬੰਦਿਆਂ ਤੋਂ ਉੱਤੇ ਦੀ ਨਹੀਂ ਅਲਾਉਡ, ਭਾਵੇਂ ਉਹ ਕੋਈ ਵਿਆਹ ਹੋਵੇ ਜਾਂ ਕੋਈ ਕ੍ਰੀਮੇਸ਼ਨ ਹੋਵੇ, ਫਿਊਨਰਲ ਹੋਵੇ, ਅਤੇ ਇਹਨਾਂ ਦੇ ਉੱਤੇ 10 ਬੰਦਿਆਂ ਤੋਂ ਉੱਤੇ ਕਿਤੇ ਵੀ ਅਲਾਉ ਨਹੀਂ। ਸੋ ਹੁਣ ਇੱਕ ਹਦਾਇਤ ਕੀਤੀ ਜਾਏਗੀ ਵੀ ਸਾਰੇ ਪਿੰਡ ਵਾਲੇ ਵਾਸੀਆਂ ਨੂੰ ਅਪੀਲ ਹੈ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਠੀਕਰੀ ਪਹਿਰਾ ਲਗਾਓ। ਨਾਈਟ ਕਰਫਿਊ ਅਤੇ ਵੀਕਐਂਡ ਕਰਫਿਊ ਉੱਥੇ ਦੀ ਕੰਪਲਾਇੰਸ ਕੀਤੀ ਜਾਵੇ। ਜਿੰਨੇ ਵੀ ਧਾਰਮਿਕ ਸੰਸਥਾਨ ਨੇ, ਮੰਦਿਰ, ਗੁਰਦੁਆਰੇ, ਮਸਜਿਦ ਅਤੇ ਚਰਚਿਸ, ਇਹ ਸਾਰਿਆਂ ਦੇ ਉੱਤੇ ਜਿਹੜਾ ਹੈਗਾ ਡੇਲੀ ਦਾ ਟਾਈਮ 6 ਵਜੇ ਬੰਦ, ਇਹਨਾਂ 'ਤੇ ਰੈਸਟ੍ਰਿਕਸ਼ਨ ਹੋਏਗੀ ਵੀ 6 ਵਜੇ ਤੱਕ ਅਲਾਉਡ ਹੈ। ਅਤੇ ਉੱਥੇ ਵੀ ਇਹ ਅਪੀਲ ਕੀਤੀ ਜਾਂਦੀ ਹੈ ਵੀ ਕੋਈ ਵੀ ਭੀੜ ਭੜਾਕਾ ਨਾ ਕੀਤਾ ਜਾਵੇ। ਇਹ ਮੈਨੇਜਮੈਂਟ ਨੂੰ ਅਪੀਲ ਕੀਤੀ ਜਾਂਦੀ ਹੈ। ਅਤੇ ਕਾਲਾਬਾਜ਼ਾਰੀ ਕਿਸੇ ਵੀ ਤਰੀਕੇ ਦੀ ਕੋਵਿਡ ਦੇ ਖਿਲਾਫ, ਕੋਵਿਡ ਦੀ ਜੰਗ ਦੇ ਵਿੱਚ ਜੇਕਰ ਕੋਈ ਵੀ ਕਾਲਾਬਾਜ਼ਾਰੀ ਕੀਤੀ ਉਹਦੇ ਖਿਲਾਫ FIR ਦਰਜ ਕੀਤੀ ਜਾਊਗੀ। ਇਸ ਤੋਂ ਇਲਾਵਾ ਜਿਹੜੇ ਵੀ ਰੈਸਟੋਰੈਂਟ ਨੇ, ਬਾਰ, ਕੈਫੇ, ਉਹ ਹੋਮ ਡਿਲੀਵਰੀ ਕਰ ਸਕਦੇ ਨੇ 9 ਵਜੇ ਤੱਕ, ਲੇਕਿਨ ਕਿਸੇ ਵੀ ਰੈਸਟੋਰੈਂਟ ਦੇ ਅੰਦਰ ਕੋਈ ਵੀ ਡਾਈਨ ਇਨ ਫੈਸਿਲਿਟੀ ਨਹੀਂ ਅਲਾਉ ਕੀਤੀ ਜਾਏਗੀ। ਅਤੇ ਸਾਰੇ ਵੀ ਵੀਕਲੀ ਬਾਜ਼ਾਰ ਜਿਹੜੇ ਕਿ ਆਪਣੇ ਵੀਕਲੀ ਮਾਰਕੀਟ ਲੱਗਦੇ ਨੇ, ਆਪਣੀ ਮੰਡੀ, ਉਹ ਵੀ ਬੰਦ ਰਹਿਣਗੇ। ਅਤੇ ਕਿਸੇ ਵੀ ਟਾਈਪ ਦੀ ਸੋਸ਼ਲ, ਕਲਚਰਲ, ਸਪੋਰਟਸ ਗੈਦਰਿੰਗ, ਕੋਈ ਵੀ ਫੰਕਸ਼ਨ, ਕੋਈ ਵੀ ਇਨੋਗ੍ਰੇਸ਼ਨ ਫੰਕਸ਼ਨ ਨਹੀਂ ਕੀਤਾ ਜਾਊਗਾ। ਜੇਕਰ ਕੋਈ ਵੀ ਇਸ ਟਾਈਪ ਦਾ ਛੋਟਾ ਵੀ ਫੰਕਸ਼ਨ ਕਰਨਾ ਹੈ ਤਾਂ DC ਆਫਿਸ ਦੇ ਵਿੱਚੋਂ ਪਰਮਿਸ਼ਨ ਲਿੱਤੀ ਜਾਊਗੀ, ਜਿਹੜੇ ਕਿ ਅਖਤਿਆਰ ਅਸੀਂ ਸਾਰੇ SDMs ਨੂੰ ਦੇਵਾਂਗੇ। ਤਾਂ ਸੰਬੰਧਿਤ SDM ਕੋਈ ਜਿਹੜੀ ਹੈਗੀ ਛੋਟੀ 10 ਲੋਕਾਂ ਦੀ ਗੈਦਰਿੰਗ ਵੀ ਕਰਨੀ ਹੈ ਤਾਂ ਉਹਦੇ ਲਈ SDM ਵੱਲੋਂ ਪਰਮਿਸ਼ਨ ਦਿੱਤੀ ਜਾਣੀ ਹੈ। ਅਤੇ ਕਿਸੇ ਵੀ ਤਰੀਕੇ ਦੀ ਹੋਰ ਸਾਰੀ ਪੋਲੀਟੀਕਲ ਗੈਦਰਿੰਗ, ਰਿਲੀਜੀਅਸ ਗੈਦਰਿੰਗ, ਇਹ ਸਾਰੀਆਂ 'ਤੇ ਪੂਰਨ ਤੌਰ 'ਤੇ ਰੋਕ ਹੈ। ਜਿਹੜੇ ਵੀ ਵਿਦਿਅਕ ਸੰਸਥਾਵਾਂ ਨੇ ਜਿੱਦਾਂ ਕਿ ਸਕੂਲ, ਕਾਲਜਸ, ਉਹ ਬੰਦ ਰਹਿਣਗੇ, ਲੇਕਿਨ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਉੱਥੇ ਜਾ ਸਕਦਾ ਹੈ। ਮੈਡੀਕਲ ਅਤੇ ਨਰਸਿੰਗ ਕਾਲਜਸ ਨੂੰ ਸਾਰਿਆਂ ਨੂੰ ਛੂਟ ਦਿੱਤੀ ਹੈ। ਜਿਹੜਾ ਵੀ ਕੋਈ ਰਿਕਰੂਟਮੈਂਟ ਦਾ ਕੋਈ ਐਗਜ਼ਾਮ ਹੋਣਾ ਉਹ ਸਾਰੇ ਪੋਸਟਪੋਨ ਕੀਤੇ ਜਾਣਗੇ। ਜੇਕਰ ਉਹ ਸਿਰਫ ਜਿਹੜੇ ਕਿ ਕੋਵਿਡ ਦੀ ਕੋਈ ਮੈਨ ਪਾਵਰ ਨੂੰ ਐਂਗੇਜ ਕਰਨਾ ਹੈ, ਜੇਕਰ ਉਹਦੇ ਲਈ ਕੋਈ ਰਿਕਰੂਟਮੈਂਟ ਦਾ ਐਗਜ਼ਾਮ ਹੈ, ਸਿਰਫ ਉਹੀ ਅਲਾਉ ਕੀਤਾ ਜਾਊਗਾ। ਉਸ ਤੋਂ ਇਲਾਵਾ ਸਾਰੇ ਟਾਈਪ ਦੇ ਰਿਕਰੂਟਮੈਂਟ ਐਗਜ਼ਾਮੀਨੇਸ਼ਨ ਬੰਦ ਕੀਤੇ ਜਾਂਦੇ ਨੇ। ਜਿਹੜੇ ਪ੍ਰਾਈਵੇਟ ਆਫਿਸਿਸ ਨੇ, ਜਿੱਦਾਂ ਕਿ ਸਰਵਿਸ ਇੰਡਸਟਰੀ ਦੇ ਵਿੱਚ ਆਰਕੀਟੈਕਟ, ਚਾਰਟਰਡ ਅਕਾਊਂਟੈਂਟ, ਇੰਸ਼ੋਰੈਂਸ ਕੰਪਨੀਆਂ, ਇਹਨਾਂ ਨੂੰ ਹੁਣ ਸਿਰਫ ਘਰ ਤੋਂ ਹੀ ਪਰਮਿਸ਼ਨ ਹੈ। ਜਿਹੜੇ ਪ੍ਰਾਈਵੇਟ ਆਫਿਸਿਸ ਨੇ ਉਹ ਬੰਦ ਰਹਿਣਗੇ।
ਤੇ ਗਵਰਨਮੈਂਟ ਆਫਿਸਸ ਦੇ ਵਿੱਚ ਵੀ ਜਿਹੜੇ ਵੀ 45 ਸਾਲ ਤੋਂ ਉੱਤੇ ਹੈ ਤੇ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਤੇ ਉਹਨਾਂ ਨੂੰ ਕੰਪਲਸਰੀਲੀ ਕਿਹਾ ਜਾਊਗਾ ਵੀ ਤੁਸੀਂ ਛੁੱਟੀ ਤੇ ਚਲੇ ਜਾਓਗੇ, ਦਫ਼ਤਰ ਦੇ ਵਿੱਚ ਆਣਾ ਅਲਾਉਡ ਨਹੀਂ ਹੈ। ਇਹਨਾਂ ਰੈਸਟ੍ਰਿਕਸ਼ਨਸ ਦੇ ਵਿੱਚ ਸਾਨੂੰ ਕਈ ਕਾਲਾਂ ਫੈਕਟਰੀਜ਼ ਬਾਰੇ ਆ ਰਹੀ ਸੀ ਕਿਉਂਕਿ ਫੈਕਟਰੀਜ਼ ਦੀ ਕਲੈਰਿਟੀ ਨਹੀਂ ਹੈ, ਉਹ ਅਸੀਂ ਹੋਮ ਡਿਪਾਰਟਮੈਂਟ ਤੋਂ ਪਤਾ ਕਰਾਇਆ ਹੈ। ਸੋ ਫੈਕਟਰੀਜ਼ ਦਾ ਜਿਹੜਾ 27 ਅਪ੍ਰੈਲ ਦਾ ਆਰਡਰ ਹੈ ਜਿਹਦੇ ਵਿੱਚ ਲਿਖਿਆ ਹੈ ਵੀ ਸਾਰੇ ਫੈਕਟਰੀਜ਼ ਨੂੰ ਅਲਾਉਡ ਹੈ ਤੇ ਜਿਹੜੇ ਮੈਨੂਫੈਕਚਰਿੰਗ ਫੈਕਟਰੀ ਵਾਲੇ ਉਹ ਆਪਣਿਆਂ ਨੂੰ ਇਹਦੇ ਵਿੱਚ ਉਹ ਦੇ ਸਕਦੀਆਂ ਨੇ ਆਪਣੇ ਆਈਡੀ ਕਾਰਡ ਤੇ ਉਹਦੇ ਬੇਸਿਸ ਤੇ ਜਿਹੜੀ ਫੈਕਟਰੀ ਦੀ ਲੇਬਰ ਨੂੰ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਜਾਊਗੀ। ਬਾਕੀ ਵੀ ਜਿਹੜੀ ਉਹਦੇ ਵਿੱਚ ਅਲਾਉਡ ਸੀਗੇ ਜਿੱਦਾਂ ਕੰਸਟਰਕਸ਼ਨ ਦੀ ਐਕਟੀਵਿਟੀ ਹੈ ਉਹ ਅਲਾਉਡ ਕੀਤੀ ਹੋਈ ਸੀਗੀ ਤੇ ਉਹ ਹੋ ਸਕਦੀ ਹੈ। ਤੇ ਇਸ ਤੋਂ ਇਲਾਵਾ ਵੀ ਜਿਹੜੇ ਹਾਰਟੀਕਲਚਰ, ਐਨੀਮਲ ਹਸਬੈਂਡਰੀ, ਵੈਟਨਰੀ ਸਾਇੰਸਿਸ, ਈ-ਕਾਮਰਸ, ਵੈਕਸੀਨੇਸ਼ਨ ਆਊਟਰੀਚ ਕੈਂਪਸ ਵਗੈਰਾ ਇਸ ਟਾਈਪ ਦੀ ਜਿਹੜੀ ਐਸੈਂਸ਼ੀਅਲ ਐਕਟੀਵਿਟੀਜ਼ ਹੈ ਉਹ ਵੀ ਜਾਰੀ ਰਹਿ ਸਕਦੀ ਹੈ। ਜਿਹੜਾ ਹੁਣ ਡੇਲੀ ਕਰਫਿਊ ਦਾ ਟਾਈਮ ਹੈਗਾ ਉਹ 6 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ ਨਾਈਟ ਕਰਫਿਊ ਜਿਹੜਾ ਡੇਲੀ ਲੱਗਦਾ ਉਹ 6 ਵਜੇ ਤੋਂ ਲੈ ਕੇ ਸ਼ਾਮ ਅਗਲੇ ਦਿਨ ਸਵੇਰੇ 5 ਵਜੇ ਤੱਕ ਹੋਏਗਾ। ਤੇ ਜਿਹੜਾ ਵੀਕਐਂਡ ਕਰਫਿਊ ਹੈ ਉਹ ਸ਼ਾਮ ਸ਼ੁੱਕਰਵਾਰ ਨੂੰ 6 ਵਜੇ ਤੋਂ ਲੈ ਕੇ ਸੋਮਵਾਰ 5 ਜਿਹੜਾ ਸਵੇਰੇ ਤੱਕ ਹੋਏਗਾ। ਸੋ ਇਹ ਹਦਾਇਤਾਂ ਨੇ। ਇਹਨਾਂ ਦੇ ਬਾਬਤ ਤੁਹਾਨੂੰ ਫੇਰ ਵੀ ਕੋਈ ਕੁਐਰੀ ਹੈ ਤੇ ਸਾਡਾ ਹੈਲਪਲਾਈਨ ਨੰਬਰ ਹੈ ਉਹ ਅਸੀਂ ਉਹਦੇ ਵਿੱਚ 3 ਹੰਟਿੰਗ ਲਾਈਨ ਲਗਾਤੀ ਹੈ, ਉਹਦਾ ਨੰਬਰ ਹੈਗਾ 222 44 17। ਕੋਈ ਵੀ ਤੁਹਾਨੂੰ ਇਹਦੇ ਬਾਰੇ ਕੋਈ ਕਲੈਰਿਟੀ ਹੋਰ ਲੈਣੀ ਹੈ ਤਾਂ ਤੁਸੀਂ 222 44 17 ਦੇ ਉੱਤੇ ਫੋਨ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਬੈੱਡ ਅਵੇਲੇਬਿਲਿਟੀ, ਕੋਈ ਹੋਰ ਰੈਮਡੈਸਿਵਿਰ ਦੀ ਅਵੇਲੇਬਿਲਿਟੀ, ਹੋਰ ਕਿਸੇ ਟਾਈਪ ਦੀ ਵੀ ਜਾਣਕਾਰੀ ਚਾਹੀਦੀ ਹੈ ਤਾਂ ਵੀ ਤੁਸੀਂ ਆਪਣੇ ਸਾਡੇ ਡੀਸੀ ਆਫਿਸ ਦੇ ਕੰਟਰੋਲ ਰੂਮ ਨੰਬਰ 222 44 17 ਦੇ ਉੱਤੇ ਕਾਲ ਕਰ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਸੰਬੰਧਿਤ ਜਾਣਕਾਰੀ ਦਿੱਤੀ ਜਾਵੇ। ਧੰਨਵਾਦ ਬਹੁਤ ਬਹੁਤ।